ਹੁਣ ਆਪਾਂ ਇਸ ਟੌਪਿਕ ਦੇ ਵਿੱਚ ਪੜਾਂਗੇ ਕਿ ਸੀਕੁਐਂਸਰਸ ਕਿਹਨੂੰ ਕਹਿੰਦੇ ਆ ਤੇ ਸੀਕੁਐਂਸਰਸ ਕਿੰਨੇ ਟਾਈਪ ਦੇ ਹੁੰਦੇ ਆ, ਕਿੱਥੇ ਕਿੱਥੇ ਯੂਜ਼ ਹੁੰਦੇ ਆ। ਕੁਝ ਮਸ਼ੀਨ ਕੰਟਰੋਲ ਐਪਲੀਕੇਸ਼ਨਸ ਇੰਡਸਟਰੀ 'ਚ ਐਸੀਆਂ ਹੁੰਦੀਆਂ ਜਿਹਦੇ ਅੰਦਰ ਆਪਾਂ ਨੂੰ ਹਰ ਇੱਕ ਸਟੈਪ ਦੇ ਨਾਲ ਡਿਫਰੈਂਟ ਆਪਰੇਸ਼ਨ ਨੂੰ ਪਰਫਾਰਮ ਕਰਨਾ ਹੁੰਦਾ ਤੇ ਹਰ ਇੱਕ ਸਟੈਪ ਦੇ ਨਾਲ ਆਪਾਂ ਨੂੰ ਇੱਕ ਪਾਰਟਿਕੂਲਰ ਸੀਕੁਐਂਸ ਲਗਾ ਕੇ ਉਹਨੂੰ ਟਾਈਮਿੰਗ ਆਪਰੇਸ਼ਨ ਦੇਣੀ ਹੁੰਦੀ ਹੈ ਵੀ ਇੰਨੇ ਟਾਈਮ ਲਈ ਆਹ ਆਪਰੇਸ਼ਨ ਹੋਣੀ ਚਾਹੀਦੀ ਹੈ, ਨੈਕਸਟ ਸਟੈਪ 'ਚ ਇੰਨੇ ਟਾਈਮ ਲਈ ਆਹ ਵਾਲੀ ਆਪਰੇਸ਼ਨ ਹੋਣੀ ਚਾਹੀਦੀ ਹੈ। ਜਦ ਆਪਾਂ ਸੀਕੁਐਂਸ ਦੀ ਗੱਲ ਕਰਦੇ ਹਾਂ ਤੇ ਹਰ ਇੱਕ ਸੀਕੁਐਂਸ ਦੇ ਨਾਲ ਡਿਫਰੈਂਟ ਆਪਰੇਸ਼ਨ ਦੀ ਗੱਲ ਕਰਦੇ ਹਾਂ, ਉਹ ਜਿਹੜਾ ਆਪਰੇਸ਼ਨ ਹੁੰਦਾ ਨਾ ਉਹ ਇੱਕ ਐਲੀਮੈਂਟ ਪਰਫਾਰਮ ਕਰਦਾ, ਉਸ ਐਲੀਮੈਂਟ ਨੂੰ ਆਪਾਂ ਕਹਿੰਦੇ ਸੀਕੁਐਂਸਰ। ਉਸ ਵੇਲੇ ਆਪਾਂ ਸੀਕੁਐਂਸਰ ਲਗਾ ਕੇ, ਕਿਉਂਕਿ ਅਗਰ ਆਪਾਂ ਸੀਕੁਐਂਸਰ ਨਹੀਂ ਲਗਾਵਾਂਗੇ ਤਾਂ ਆਪਾਂ ਨੂੰ ਟਾਈਮਰਸ ਬਹੁਤ ਜ਼ਿਆਦਾ ਲਗਾਉਣੇ ਪੈਣਗੇ। ਹਰ ਇੱਕ ਸਟੈਪ ਤੇ ਆਪਾਂ ਨੂੰ ਡਿਫਰੈਂਟ ਟਾਈਮਿੰਗ ਦੇਣੀ ਪਏਗੀ, ਡਿਫਰੈਂਟ ਟਾਈਮਰਸ ਲਗਾਉਣੇ ਪਏंगे ਤਾਂ ਉਹ ਕਾਫੀ ਬਲਕੀ ਜਾਂ ਕਾਫੀ ਸਟੈਪਸ ਦੀ ਪ੍ਰੋਗਰਾਮਿੰਗ ਹੋ ਜਾਂਦੀ ਹੈ। ਇਹਦੇ ਅੰਦਰ ਕੀ ਆ, ਆਪਾਂ ਇੱਕ ਸੀਕੁਐਂਸਰ ਲਗਾਇਆ, ਸਾਰੇ ਸਟੈਪਸ ਉਹੀ ਸੀਕੁਐਂਸਰ ਕੰਪਲੀਟ ਕਰ ਦਿੰਦਾ। ਅੱਗੇ ਤੁਸੀਂ ਡਿਟੇਲ 'ਚ ਪੜੋਗੇ ਕਿ ਇੱਕ ਸੀਕੁਐਂਸਰ ਲਗਾਉਣ ਦੇ ਨਾਲ ਹੀ ਸਾਰਾ ਕੰਮ ਕਿਵੇਂ ਹੋ ਜਾਂਦਾ। ਦੋ ਟਾਈਪ ਦੇ ਸੀਕੁਐਂਸਰਸ ਹੁੰਦੇ ਆ, ਪਹਿਲਾ ਹੁੰਦਾ ਹੈ ਟਾਈਮ ਡਰਿਵਨ ਸੀਕੁਐਂਸਰ ਹੁੰਦਾ, ਦੂਸਰਾ ਹੁੰਦਾ ਇਵੈਂਟ ਡਰਿਵਨ ਸੀਕੁਐਂਸਰ। ਜਿਹੜਾ ਟਾਈਮ ਡਰਿਵਨ ਸੀਕੁਐਂਸਰ ਹੁੰਦਾ ਉਹਦੇ ਅੰਦਰ ਜਿਹੜੀ ਸੀਕੁਐਂਸਰ ਹੁੰਦਾ ਨਾ, ਉਹਦੇ ਅੰਦਰ ਜਿਹੜਾ ਨੈਕਸਟ ਸੀਕੁਐਂਸ ਫੋਲੋ ਕਰਨਾ ਨਾ ਉਹ ਆਪਾਂ ਕੁਝ ਟਾਈਮ ਇੰਟਰਵਲ ਦੇ ਬਾਅਦ ਫੋਲੋ ਕਰਨਾ। ਜਿਵੇਂ ਕਿ ਆਪਾਂ ਨੂੰ ਕੁਝ ਟਾਈਮ ਇੰਟਰਵਲ ਤੋਂ ਬਾਅਦ ਨੈਕਸਟ ਆਪਰੇਸ਼ਨ ਚਾਹੀਦੀ ਹੈ। ਫॉर एग्जांपल ਆਪਾਂ ਅਗਰ ਇਹਦੀ ਐਗਜ਼ਾਮਪਲ ਲੈਣਾ ਚਾਹੀਏ ਤਾਂ ਵਾਸ਼ਿੰਗ ਮਸ਼ੀਨ ਤੁਸੀਂ ਦੇਖੀ ਹੋਣੀ ਹੈ। ਵਾਸ਼ਿੰਗ ਮਸ਼ੀਨ ਦੇ ਅੰਦਰ ਕਿਹੜੇ ਕਿਹੜੇ ਆਪਰੇਸ਼ਨ ਹੁੰਦੇ, ਪਹਿਲਾਂ ਫਿਲਿੰਗ ਹੁੰਦੀ ਹੈ, ਫਿਰ ਵਾਸ਼ਿੰਗ ਹੁੰਦੀ ਹੈ, ਫਿਰ ਡਰੇਨਿੰਗ ਹੁੰਦੀ ਹੈ, ਫਿਰ ਰਿੰਸਿੰਗ ਹੁੰਦੀ ਹੈ ਐਂਡ ਸਪਿਨਿੰਗ ਹੁੰਦੀ ਹੈ। ਇਹ ਸਾਰੇ ਜਿਹੜੇ ਆਪਰੇਸ਼ਨ ਹੈ ਕੁਝ ਟਾਈਮਿੰਗ ਤੋਂ ਬਾਅਦ ਚਾਹੀਦੇ ਆ, ਇੱਕ ਤੋਂ ਬਾਅਦ ਦੂਸਰਾ ਚਾਹੀਦਾ ਤੇ ਕੁਝ ਟਾਈਮ ਇੰਟਰਵਲ ਤੋਂ ਬਾਅਦ ਹੀ ਨੈਕਸਟ ਸਟੈਪ ਆਉਣਾ ਚਾਹੀਦਾ। ਯਾਨੀ ਕਿ ਪਹਿਲਾਂ ਫਿਲਿੰਗ ਹੋ ਗਈ, ਉਸ ਤੋਂ ਬਾਅਦ ਜਿਹੜੀ ਵਾਸ਼ਿੰਗ ਔਰ ਸਪਿਨਿੰਗ ਹੋਣੀ ਹੈ, ਉਸ ਤੋਂ ਬਾਅਦ ਵਾਸ਼ਿੰਗ ਸਪਿਨਿੰਗ ਹੋ ਗਈ, ਉਸ ਤੋਂ ਬਾਅਦ ਡਰੇਨਿੰਗ ਹੋ ਗਈ, ਫਿਰ ਰਿੰਸਿੰਗ ਹੋ ਗਈ। ਇਹ ਜਿਹੜੇ ਸਟੈਪਸ ਹੈਗੇ ਆਪਾਂ ਨੂੰ ਕੁਝ ਇੰਟਰਵਲ ਤੋਂ ਬਾਅਦ ਚਾਹੀਦੇ। ਉਸ ਵੇਲੇ ਆਪਾਂ ਜਿਹੜਾ ਟਾਈਮ ਸੀਕੁਐਂਸਰ ਲਗਾ ਕੇ, ਇੱਕੋ ਹੀ ਚਿਪ ਲਗਾ ਕੇ, ਯਾਨੀ ਕਿ ਟਾਈਮ ਸੀਕੁਐਂਸਰ ਲਗਾ ਕਰਕੇ ਇਸ ਆਪਰੇਸ਼ਨ ਨੂੰ ਕੈਰੀ ਆਊਟ ਕਰ ਸਕਦੇ ਹਾਂ। ਆਪਾਂ ਕੋਲ ਦੂਸਰਾ ਸੀਕੁਐਂਸਰ ਜਿਹੜਾ ਇਵੈਂਟ ਡਰਿਵਨ ਸੀਕੁਐਂਸਰ ਹੈ। ਜਿਵੇਂ ਕਿ ਰੈੱਡ ਲਾਈਟ ਏਰੀਆ ਤੇ ਆਪਾਂ ਰੈੱਡ ਲਾਈਟਸ ਨੂੰ ਆਪਰੇਟ ਕਰਨਾ ਹੈ, ਰੈੱਡ ਲਾਈਟ ਆ ਗਈ, ਫਿਰ ਗ੍ਰੀਨ ਲਾਈਟ ਆ ਗਈ, ਉਹ ਵੀ ਤੁਹਾਡਾ ਬੇਸਿਕਲੀ ਟਾਈਮ ਡਰਿਵਨ ਵੀ ਹੁੰਦਾ, ਉਹ ਬੇਸਿਕਲੀ ਇਵੈਂਟ ਡਰਿਵਨ ਜ਼ਿਆਦਾ ਹੁੰਦਾ। ਇਵੈਂਟ ਡਰਿਵਨ ਜਿਹੜਾ ਯਾਨੀ ਕਿ ਰੈੱਡ ਲਾਈਟ ਆਉਣੀ ਚਾਹੀਦੀ ਹੈ, ਫਿਰ ਗ੍ਰੀਨ ਲਾਈਟ ਆਉਣੀ ਚਾਹੀਦੀ ਹੈ, ਫਿਰ ਯੈਲੋ ਵੀ, ਨਾਈਟ ਨੂੰ ਯੈਲੋ ਲਾਈਟ ਵੀ ਆਉਣੀ ਚਾਹੀਦੀ ਹੈ। तो दैट इज वट in that we are following the event sequencer। उस वेले आप event sequencer लगा करके उस ऑपरेशन ਨੂੰ कैरी आउट कर सकते हैं। सीक्वेंसर ਦੇ ਨਾਲ बेसिकली क्या है ना, टाइमर्स ਦੀ ਲੋੜ नहीं ਪੈਂਦੀ, बहुत सारे टाइमर्स ਦੀ ਲੋੜ नहीं ਪੈਂਦੀ। ਇੱਕ ਸੀਕੁਐਂਸਰ ਲਗਾਇਆ ਤੇ ਸਾਨੂੰ ਸਾਰੀ ਆਪਰੇਸ਼ਨ ਉਹਦੇ ਨਾਲ ਹੀ ਮਿਲ ਜਾਂਦੀ। ਹੁਣ ਆਪਾਂ ਇਸ ਟੌਪਿਕ 'ਚ ਪੜਾਂਗੇ ਕਿ ਸੀਕੁਐਂਸਰ ਇੰਸਟਰਕਸ਼ਨਸ ਕਿਹੜੀਆਂ ਹੁੰਦੀਆਂ ਤੇ ਆਪਾਂ ਕਿਵੇਂ ਫੋਲੋ ਕਰਦੇ ਹਾਂ। सीक्वेंसर के अंदर 3 टाइप की इंस्ट्रक्शंस फॉलो करते हैं। सीक्वेंसर आउटपुट इंस्ट्रक्शन दैट इज SQO, तुसी ਇਹਦੀ फुल फॉर्म भी याद रखनी है। SQO का मतलब है सीक्वेंसर आउटपुट इंस्ट्रक्शन। सीक्वेंसर कंपेयर इंस्ट्रक्शन दैट इज SQC, सीक्वेंसर कंपेयर इंस्ट्रक्शन। फिर हैगी सीक्वेंसर लोड इंस्ट्रक्शन दैट इज SQL, सीक्वेंसर लोड इंस्ट्रक्शंस। ਆਪਾਂ ਸਭ ਤੋਂ ਪਹਿਲਾਂ ਲਵਾਂਗੇ SQO ਇੰਸਟਰਕਸ਼ਨ ਦੇ ਅੰਦਰ ਆਪਾਂ ਆਹ ਵਾਲਾ ਡਾਇਗਰਾਮ ਇਸ ਤਰ੍ਹਾਂ ਡਰਾ ਕਰ ਦਿੰਨੇ ਆ ਔਰ ਉੱਪਰ ਲਿਖਦੇ ਆ SQO ਦੈਟ ਇਜ਼ ਸੀਕੁਐਂਸਰ ਆਊਟਪੁੱਟ। ਉਸ ਤੋਂ ਬਾਅਦ ਆਪਾਂ ਦਿੰਨੇ ਆ ਫਾਈਲ ਦਾ ਨਾਮ ਵੀ ਕਿਹੜੀ ਫਾਈਲ ਹੈਗੀ, ਜਿਵੇਂ B10.1 ਦੇਤਾ। ਫਿਰ ਆਪਾਂ ਦਿੰਨੇ ਮਾਸਕ, ਕਿਉਂਕਿ ਜਿਹੜੇ ਵੀ ਆਪਾਂ ਕੰਪੈਰੀਜ਼ਨ ਕਰਨੇ ਆ ਜਾਂ ਆਊਟਪੁੱਟ ਲੋਡਿੰਗ ਕਰਨੀ ਹੈ, ਡਾਟਾ ਦੀ ਆਊਟਪੁੱਟ ਲੈਣੀ ਹੈ, ਉਹ ਥਰੂ ਮਾਸਕ ਲੈਣੀ ਹੈ। ਤੇ ਮਾਸਕ ਜਿਹੜਾ ਹੋ ਨਾ ਹੈਕਸਾਡੈਸੀਮਲ 'ਚ ਹੋਣਾ ਚਾਹੀਦਾ, 0F ਇਸ ਵੇਲੇ ਮਾਸਕ ਲਿੱਤਾ ਸੀ। ਫਿਰ ਡੈਸਟੀਨੇਸ਼ਨ ਦਾ ਨੰਬਰ ਹੋਣਾ ਚਾਹੀਦਾ, ਡੈਸਟੀਨੇਸ਼ਨ ਆਊਟਪੁੱਟ ਮੋਡਿਊਲ ਤੇ ਡੈਸਟੀਨੇਸ਼ਨ ਦਾ ਨੰਬਰ ਹੋਣਾ ਚਾਹੀਦਾ। ਡੈਸਟੀਨੇਸ਼ਨ ਦਾ ਨੰਬਰ ਆਪਾਂ ਦਿੱਤਾ O14O, ਠੀਕ ਹੈ। ਫਿਰ ਆਪਾਂ ਦਿੱਤਾ ਕੰਟਰੋਲ R6। ਫਿਰ ਦਿੱਤੀ ਹੈ ਲੈਂਥ ਕਿੰਨੀ ਹੈ, ਕਿੰਨੀ ਉਹਦੀ ਲੈਂਥ ਹੈਗੀ ਹੈ, ਕਿੰਨਾ ਡਾਟਾ ਦੀ ਲੈਂਥ ਹੈਗੀ ਹੈ ਉਹ ਦਿੱਤੀ। ਤੇ ਆਪਾਂ ਦਿੱਤੀ ਪੋਜੀਸ਼ਨ, ਪੁਆਇੰਟਰ ਦੀ ਪੋਜੀਸ਼ਨ, ਇਸ ਵੇਲੇ ਪੁਆਇੰਟਰ ਦੀ ਪੋਜੀਸ਼ਨ ਕਿੱਥੇ ਹੈ। ਇਸ ਵੇਲੇ ਪੁਆਇੰਟਰ ਦੀ ਪੋਜੀਸ਼ਨ 2nd ਨੰਬਰ ਸਟੈਪ ਤੇ ਹੈ, ਇਸ ਲਈ ਅਸੀਂ ਪੁਆਇੰਟਰ ਦੀ ਪੋਜੀਸ਼ਨ ਦਿੱਤੀ 2, ਠੀਕ ਹੈ। ਇਸ ਇੰਸਟਰਕਸ਼ਨ ਦੇ ਅੰਦਰ
ਜਿਵੇਂ ਕਿ ਹੁਣ ਤੁਹਾਨੂੰ ਰੰਗ ਪਤਾ ਲੱਗ ਗਿਆ ਹੋਣਾ, ਰੰਗ ਕਿਹਨੂੰ ਕਹਿੰਦੇ ਆ। ਜਦ ਰੰਗ ਦੀ ਕੰਡੀਸ਼ਨ ਜਿਹੜੀ ਹੈ ਫਾਲਸ ਟੂ ਟਰੂ ਜਾਏਗੀ, ਉਸ ਵੇਲੇ SQO ਇੰਸਟਰਕਸ਼ਨ ਜਿਹੜੀ ਹੈ, ਜਿਹੜੀ ਪੋਜੀਸ਼ਨ ਵੈਲਿਊ, ਜਿਵੇਂ ਇਸ ਵੇਲੇ ਪੋਜੀਸ਼ਨ ਵੈਲਿਊ ਪਹਿਲਾਂ 1 ਤੇ ਸੀਗੀ, ਉਹਨੂੰ ਇੰਕਰੀਮੈਂਟ ਕਰਤੇ 2 ਤੇ ਲੈ ਆਊਗਾ। ਸਭ ਤੋਂ ਪਹਿਲਾਂ ਜਿਹੜਾ SQO ਹੈ ਉਹ ਪੁਆਇੰਟਰ ਦੀ ਵੈਲਿਊ ਨੂੰ ਇੰਕਰੀਮੈਂਟ ਕਰਦਾ, ਯਾਨੀ ਕਿ ਪੁਆਇੰਟਰ ਦੀ ਵੈਲਿਊ ਅਗਰ 1 ਤੇ ਹੈਗੀ ਹੈ ਤਾਂ ਪੁਆਇੰਟਰ ਦੀ ਵੈਲਿਊ ਇੰਕਰੀਮੈਂਟ ਕਰਕੇ 2 ਤੇ ਲੈ ਆਊਗਾ। ਉਸ ਤੋਂ ਬਾਅਦ ਜਿੰਨਾ ਵੀ 2 ਤੇ ਡਾਟਾ ਪਿਆ ਉਹਨੂੰ ਆਪਾਂ ਡੈਸਟੀਨੇਸ਼ਨ ਤੇ ਟ੍ਰਾਂਸਫਰ ਕਰਨਾ। ਆਹ ਵਾਲਾ ਡਾਟਾ ਸਾਰਾ ਡੈਸਟੀਨੇਸ਼ਨ ਤੇ ਟ੍ਰਾਂਸਫਰ ਕਰਾਂਗੇ, ਲੇਕਿਨ ਟ੍ਰਾਂਸਫਰ ਜਦ ਆਪਾਂ ਟ੍ਰਾਂਸਫਰ ਕਰਨਾ ਤਾਂ ਥਰੂ ਦੀ ਮਾਸਕ ਕਰਨਾ। ਥਰੂ ਦੀ ਮਾਸਕ ਆਪਾਂ ਟ੍ਰਾਂਸਫਰ ਕਰਨਾ ਹੈ ਡੈਸਟੀਨੇਸ਼ਨ ਇਹਦਾ ਸੋਰਸ ਦਾ ਡਾਟਾ ਟੂ ਦਾ ਡੈਸਟੀਨੇਸ਼ਨ, so that the data is transferred to the destination through the mask, the current position। ਉਸ ਤੋਂ ਬਾਅਦ ਜਦ ਇਹ ਕੰਮ ਖਤਮ ਹੋ ਜਾਂਦਾ, ਸਾਰਾ ਡਾਟਾ ਟ੍ਰਾਂਸਫਰ ਹੋ ਜਾਂਦਾ, ਤਾਂ ਲਾਸਟ ਵਰਡ ਜਿਹੜਾ ਸੀਕੁਐਂਸਰ ਫਾਈਲ ਦਾ ਜਿਹੜਾ ਟ੍ਰਾਂਸਫਰ ਹੁੰਦਾ, ਉਸ ਵੇਲੇ ਆਪਾਂ DN ਨੂੰ ਸੈੱਟ ਕਰਦੇ ਹਾਂ 1 ਤੇ, ਯਾਨੀ ਕਿ ਕੰਮ ਖਤਮ ਹੋ ਗਿਆ। ਜਦ ਲਾਸਟ ਵਰਡ ਤੁਹਾਡਾ ਡੈਸਟੀਨੇਸ਼ਨ ਦਾ ਟ੍ਰਾਂਸਫਰ ਹੋ ਗਿਆ, ਸੋਰਸ ਦਾ ਡੈਸਟੀਨੇਸ਼ਨ ਨੂੰ ਟ੍ਰਾਂਸਫਰ ਹੋ ਜਾਏਗਾ, ਉਸ ਵੇਲੇ DN ਜਿਹੜਾ ਕੰਮ ਖਤਮ ਹੋਣ ਤੇ DN ਜਿਹੜੀ ਹੈ 1 ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਜਿਹੜਾ ਆਏਗਾ ਫਾਲਸ ਟੂ ਟਰੂ ਆਏਗਾ। ਫਿਰ ਉਸ ਤੋਂ ਬਾਅਦ ਜਿਹੜੀ ਇੰਸਟਰਕਸ਼ਨ ਜਿਹੜੀ ਹੈ ਰੀਸੈਟ ਕਰਦੇ ਹਾਂ ਆਪਾਂ ਪੋਜੀਸ਼ਨ ਨੰਬਰ 1 ਤੇ, ਪੋਜੀਸ਼ਨ ਨੰਬਰ 1 ਤੇ ਸਟੈਪ ਨੰਬਰ 0 ਲੈ ਕਰਕੇ ਸਟੈਪ ਨੰਬਰ 0 ਪੋਜੀਸ਼ਨ ਨੰਬਰ 1 ਤੇ ਲੈ ਆਉਂਦੇ ਹਾਂ। ਤਾਂ ਉਸ ਤੋਂ ਬਾਅਦ 1 ਬਾਏ 1 ਡਾਟਾ ਟ੍ਰਾਂਸਫਰ ਹੁੰਦਾ ਰਹਿੰਦਾ ਥਰੂ ਮਾਸਕ। ਜੇ ਲਾਸਟ ਡਾਟਾ ਟ੍ਰਾਂਸਫਰ ਹੋਏਗਾ ਤਾਂ ਉਸ ਵੇਲੇ DN ਜਿਹੜੀ ਹੈ 1 ਤੇ ਚਲੀ ਜਾਏਗੀ। ਸੋ ਦਿਸ ਇੰਸਟਰਕਸ਼ਨ ਬੇਸਿਕਲੀ ਇਜ਼ ਯੂਜ਼ਡ ਟੂ ਕੰਟਰੋਲ ਦਾ ਆਊਟਪੁੱਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ ਨੂੰ ਕੰਟਰੋਲ ਕਰਨ ਲਈ, ਜਦ ਕਿ ਡਾਟਾ ਜੋ ਹੈ ਆਊਟਪੁੱਟ 'ਚ ਆ ਗਿਆ। SQO that is sequencer output ਇੰਸਟਰਕਸ਼ਨ ਇਹਨੂੰ ਕਹਿੰਦੇ ਆ। ਜਦ ਆਪਾਂ ਡਾਟਾ ਜੋ ਹੈ ਸੀਕੁਐਂਸਰ ਫਾਈਲ ਤੋਂ ਚੱਕਦੇ ਹਾਂ, ਆਹ ਵਾਲੀ ਸੀਕੁਐਂਸਰ ਫਾਈਲ ਹੈ, ਸੀਕੁਐਂਸਰ ਫਾਈਲ ਤੋਂ ਚੱਕਦੇ ਆ, ਇਹਨੂੰ ਸੋਰਸ ਕਹਿੰਦੇ ਆ, ਇਹਨੂੰ ਡੈਸਟੀਨੇਸ਼ਨ ਕਹਿੰਦੇ ਆ, ਤੇ ਆਪਾਂ ਡੈਸਟੀਨੇਸ਼ਨ 'ਚ ਟ੍ਰਾਂਸਫਰ ਕਰਦੇ ਹਾਂ। ਨਾਓ ਦਾ ਨੈਕਸਟ ਕੰਡੀਸ਼ਨ, ਨੈਕਸਟ ਇਹਨੂੰ ਬੰਦ ਕਰੋ। ਹੈਲੋ, ਹੁਣ ਆਪਾਂ ਨੈਕਸਟ ਇੰਸਟਰਕਸ਼ਨ ਪੜਾਂਗੇ ਸੀਕੁਐਂਸਰ ਕੰਪੇਅਰ। ਸੀਕੁਐਂਸਰ ਦੀ ਨੈਕਸਟ ਇੰਸਟਰਕਸ਼ਨ ਹੈਗੀ SQC, ਇਹਨੂੰ ਕਹਿੰਦੇ ਸੀਕੁਐਂਸਰ ਕੰਪੇਅਰ। ਇਸ ਕੰਡੀਸ਼ਨ ਦੇ ਅੰਦਰ ਪਹਿਲਾਂ ਆਪਾਂ ਤੁਸੀਂ ਬਲੌਕ ਡਾਇਗਰਾਮ, ਹੁਣ ਆਪਾਂ ਸੀਕੁਐਂਸਰ ਦੀ ਨੈਕਸਟ ਇੰਸਟਰਕਸ਼ਨ ਪੜਾਂਗੇ ਸੀਕੁਐਂਸਰ ਕੰਪੇਅਰ, ਜਿਹਨੂੰ ਕਹਿੰਦੇ ਆ SQC ਇੰਸਟਰਕਸ਼ਨ। ਇਸ ਇੰਸਟਰਕਸ਼ਨ ਦੇ ਅੰਦਰ ਆ ਇੱਕ ਬਾਕਸ ਬਣਾ ਕਰਕੇ ਉਹਦੇ ਉੱਪਰ ਲਿਖਾਂਗੇ ਸੀਕੁਐਂਸਰ ਕੰਪੇਅਰ, ਫਾਈਲ ਦਾ ਨਾਮ ਦੇਵਾਂਗੇ, ਫਾਈਲ ਦੇ ਨਾਮ ਤੋਂ ਬਾਅਦ ਆਪਾਂ ਲਿਖਾਂਗੇ ਮਾਸਕ that is F0DF। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਮਾਸਕ ਜਿਹੜਾ ਹੈਕਸਾਡੈਸੀਮਲ ਨੰਬਰ 'ਚ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਸੋਰਸ ਦੇਵਾਂਗੇ ਵੀ ਡਾਟਾ ਸੋਰਸ ਦਾ ਕਿੱਥੇ ਪਿਆ, ਦੈਟ ਇਜ਼ ਕਿਹੜੀ ਟਰਮੀਨਲ ਤੇ ਪਿਆ, I3.0 ਦਿੱਤਾ, ਕੰਟਰੋਲ ਦਿੱਤੀ ਹੈ। ਫਿਰ ਉਸ ਤੋਂ ਬਾਅਦ ਲੈਂਥ ਦਿੱਤੀ ਹੈ ਵੀ ਲੈਂਥ ਕਿੰਨੀ ਹੈ ਡਾਟਾ ਦੀ, ਤੇ ਪੋਜੀਸ਼ਨ ਕਰੰਟ ਜਿਹੜੀ ਹੈ ਪੋਜੀਸ਼ਨ ਕਿਹੜੀ ਹੈ ਪੁਆਇੰਟਰ। ਉਸ ਤੋਂ ਬਾਅਦ ਆਪਾਂ ਇਹ ਇੰਸਟਰਕਸ਼ਨ ਜਿਹੜੀ ਹੈ, ਇਸ ਇੰਸਟਰਕਸ਼ਨ ਦੇ ਕੀ ਹੁੰਦਾ ਕਿ ਜਦ ਰੰਗ ਕੰਡੀਸ਼ਨ ਆਪਣੀ ਫਾਲਸ ਟੂ ਟਰੂ ਜਾਣੀ ਹੈ, ਜਦ ਵੀ ਕੋਈ ਆਪਰੇਸ਼ਨ ਹੋਣੀ ਹੈ, ਚਾਹੇ ਉਹ ਸੀਕੁਐਂਸਰ ਲੋਡਿੰਗ ਦੀ ਹੋਵੇ, ਚਾਹੇ ਸੀਕੁਐਂਸਰ ਕੰਪੇਅਰਿੰਗ ਦੀ ਹੋਵੇ, ਜਿਹੜੀ ਰੰਗ ਕੰਡੀਸ਼ਨ ਹੈ ਤੁਹਾਡੀ ਉਹ ਫਾਲਸ ਟੂ ਟਰੂ ਜਾਊਗੀ ਤਾਂ ਹੀ ਕੋਈ ਕੰਮ ਹੋਊਗਾ। ਉਸ ਤੋਂ ਬਾਅਦ ਕੀ ਹੈ, ਸੀਕੁਐਂਸਰ ਇੰਸਟਰਕਸ਼ਨ ਜਿਹੜੀ ਹੈ ਪੋਜੀਸ਼ਨ ਨੂੰ, ਇਸ ਪੋਜੀਸ਼ਨ ਨੂੰ, ਯਾਨੀ ਕਿ ਜਿਵੇਂ ਕਿ ਕਰੰਟ ਸਟੈਪ ਇਹ 2 ਤੇ ਪਿਆ, ਇਹਨੂੰ ਇੰਕਰੀਮੈਂਟ ਕਰ ਦੇਗਾ, ਯਾਨੀ ਕਿ ਪਹਿਲਾਂ 1 ਤੇ ਪਿਆ ਹੁੰਦਾ ਤਾਂ ਇਸ ਵੇਲੇ 1 ਤੋਂ ਚੱਕ ਕਰਕੇ ਉਹ 2 ਤੇ ਆ ਗਿਆ, ਯਾਨੀ ਕਿ ਪਹਿਲਾਂ ਇਹਦੀ ਜਿਹੜੀ ਵੈਲਿਊ ਹੈ, ਪਹਿਲਾਂ ਇਹਦੀ ਜਿਹੜੀ ਪੋਜੀਸ਼ਨ ਹੈ, ਜਦ ਰੰਗ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਇਹਦੀ ਪਹਿਲਾਂ ਪੋਜੀਸ਼ਨ ਨੂੰ ਚੇਂਜ ਕਰਦਾ। ਜਦ ਪੋਜੀਸ਼ਨ ਇਹ ਚੇਂਜ ਹੋ ਜਾਂਦੀ ਹੈ ਟੂ ਦਾ ਨੈਕਸਟ ਸਟੈਪ, ਉਸ ਵੇਲੇ ਜਿਹੜਾ ਡਾਟਾ ਸਟੋਰ ਹੁੰਦਾ ਇਸ 'ਚ, ਜਿਹੜਾ ਡਾਟਾ ਸਟੋਰ ਹੈ ਆਹ ਵਾਲੇ ਸਟੈਪ 'ਚ ਜਿਹੜਾ ਡਾਟਾ ਸਟੋਰ ਹੈ ਉਹਨੂੰ ਆਪਾਂ ਸੋਰਸ ਵਰਡ ਦੇ ਨਾਲ ਕੰਪੇਅਰ ਕਰਦੇ ਹਾਂ। ਆਹ ਇੱਕ ਡਾਟਾ ਆ ਪਿਆ, ਇਹ ਹੈਗਾ ਸੋਰਸ ਵਰਡ, ਇਹ ਹੈਗਾ ਰੈਫਰੈਂਸ ਵਰਡ। ਤੇ ਸੋਰਸ ਵਰਡ ਨੂੰ ਤੇ ਰੈਫਰੈਂਸ ਵਰਡ ਨੂੰ ਆਪਾਂ ਕੰਪੇਅਰ ਕਰਦੇ ਹਾਂ, ਲੇਕਿਨ ਕੰਪੇਅਰ ਕਰਨ ਲੱਗੇ ਆਪਾਂ ਜਿਹੜਾ ਡਾਟਾ ਕੰਪੇਅਰ ਕਰਨਾ ਉਹ ਥਰੂ ਦਾ ਮਾਸਕ ਕਰਨਾ। ਇਸ ਵੇਲੇ ਮਾਸਕ 'ਚ ਆਪਾਂ ਨੂੰ ਨੰਬਰ ਦਿੱਤਾ ਹੋਇਆ F0DF, ਆ F ਹੁੰਦਾ, ਆ 0 ਹੁੰਦਾ, ਆ D ਹੁੰਦਾ, ਆ F ਹੁੰਦਾ। ਹੈਕਸਾਡੈਸੀਮਲ ਨੰਬਰ ਦੇ ਵਿੱਚ ਇਹ ਨੰਬਰ ਹੁੰਦੇ ਆ, ਇਹਨਾਂ ਨੂੰ F0DF ਕਹਿੰਦੇ ਆ।
ਤਾਂ ਜਦ ਆਪਾਂ ਇਹਦੀ ਇੱਕ ਬਿਟ ਨੂੰ ਇਹਦੇ ਨਾਲ ਕੰਪੇਅਰ ਕਰਨਾ, ਆਪਾਂ ਕੰਪੇਅਰ ਤਦ ਕਰਨਾ ਹੈ ਜੇ ਇਹਦੇ ਵਿੱਚ 1 ਹੈਗਾ। ਜੇ ਇਹਦੇ ਵਿੱਚ 0 ਹੈਗਾ ਫਿਰ ਆਪਾਂ ਕੰਪੈਰੀਜ਼ਨ ਨਹੀਂ ਦੇਣੀ। ਜੇ ਇਹਦੇ ਵਿੱਚ 1 ਹੈਗਾ ਤਾਂ ਆਪਾਂ ਕੰਪੇਅਰ ਕਰਕੇ, ਅਗਰ ਦੋਨੇ ਕੰਪੇਅਰ ਕਰਨ ਲੱਗੇ ਦੋਨੇ ਇਕੁਅਲ ਆਉਂਦੇ ਆ, ਉਸ ਵੇਲੇ ਆਪਾਂ ਦੀ ਜਿਹੜੀ ਫਾਊਂਡ ਬਿਟ ਹੈ ਉਹ ਇੱਕ 1 ਤੇ ਚਲੀ ਜਾਂਦੀ ਹੈ, ਉਹ 1 ਹੋ ਜਾਏਗੀ ਅਗਰ ਦੋਨੇ ਇਕੁਅਲ ਹੈ। ਅਗਰ ਦੋਨੇ ਇਕੁਅਲ ਨਹੀਂ ਹੈ ਤਾਂ ਉਸ ਵੇਲੇ ਇਹ 0 ਰਹੇਗੀ। ਸੋ ਦਿਸ ਇਜ਼ ਕੰਪੈਰੀਜ਼ਨ ਫॉर ਇਕੁਐਲਿਟੀ। ਆਪਾਂ ਕੀ ਕਰਦੇ ਹਾਂ, ਡਾਟਾ ਜਿਹੜਾ ਸਟੋਰ ਕੀਤਾ ਹੋਇਆ ਹੈ, ਆ ਸੀਕੁਐਂਸਰ ਫਾਈਲ ਹੈਗੀ ਹੈ, ਸੀਕੁਐਂਸਰ ਫਾਈਲ ਦਾ ਡਾਟਾ ਜਿਹੜਾ ਹੈ ਆਪਾਂ ਸੋਰਸ ਵਰਡ ਦੇ ਨਾਲ ਕੰਪੇਅਰ ਕਰਦੇ ਹਾਂ, ਲੇਕਿਨ ਇਟ ਸ਼ੁੱਡ ਪਾਸ ਥਰੂ ਦਾ ਮਾਸਕ। ਮਾਸਕ ਤੁਹਾਨੂੰ ਦੱਸਦਾ ਵੀ ਕੰਪੈਰੀਜ਼ਨ ਕਰਨੀ ਹੈ ਜਾਂ ਕਿ ਨਹੀਂ ਕਰਨੀ। ਇਹ ਵਾਲੀ ਬੇਸਿਕਲੀ ਇੰਸਟਰਕਸ਼ਨ ਜਿਹੜੀ ਹੈ ਨਾ, ਇਹ ਇੰਸਟਰਕਸ਼ਨ ਜਿਹੜੀ ਹੈ ਆਪਾਂ ਕੰਪੈਰੀਜ਼ਨ ਇੰਸਟਰਕਸ਼ਨ ਹੈ ਇੱਕ ਟਾਈਪ ਦੀ। ਜਿਹੜੀ ਕੰਪੈਰੀਜ਼ਨ ਹੁੰਦੀ ਹੈ ਇੰਸਟਰਕਸ਼ਨ ਹੁੰਦੀ ਹੈ, ਉਹ ਹੁੰਦੀ ਹੈ ਮਾਸਕ ਕੰਪੈਰੀਜ਼ਨ ਫॉर ਇਕੁਅਲ। ਆਪਾਂ ਇੰਸਟਰਕਸ਼ਨ ਉਹ ਫॉलो ਕਰਦੇ ਹਾਂ ਇਸ SQC ਦੇ ਅੰਦਰ। ਨੈਕਸਟ ਆਪਣੀ ਜਿਹੜੀ ਇੰਸਟਰਕਸ਼ਨ ਹੈਗੀ ਉਹ ਹੈਗੀ ਸੀਕੁਐਂਸਰ ਲੋਡ ਇੰਸਟਰਕਸ਼ਨ। ਇਸ ਇੰਸਟਰਕਸ਼ਨ ਦੇ ਅੰਦਰ ਆ ਹੈਗਾ ਇਹਦਾ ਸਿੰਬਲ, ਜਿਹਦੇ ਅੰਦਰ ਤੁਸੀਂ ਸੀਕੁਐਂਸਰ ਲੋਡ ਲਿਖ ਕਰਕੇ ਇਹਨੂੰ ਸ਼ੋ ਕਰਨਾ ਕਿ ਸੀਕੁਐਂਸਰ ਲੋਡ ਇੰਸਟਰਕਸ਼ਨ ਹੈ। ਫਾइल का नाम देता, सोर्स का नाम देता, कंट्रोल देती, फिर लेंथ देता तो पोजीशन देती। जिवें कि करंट स्टैप 2 ते हैगा 2 बिट्स होंदियां इहदे अंदर EN ते DN। इहदे अंदर की है जिहड़ा भी डाटा हैगा जद रंग कंडीशन अपनी सब तो पहली लाइन आप यही हर एक च लिखनी है कि रंग कंडीशन साडी फॉल्स टू ट्रू जाएगी तां ही इंस्ट्रक्शन काम करेगी। जद रंग कंडीशन अपनी फॉल्स टू ट्रू जाती है उस वेले जिहड़ा है पोजीशन वैल्यू है, पोजीशन वैल्यू ਨੂੰ इंक्रीमेंट कर दी। जिवें ਇਹਦੇ ਤੇ पोजीशन वैल्यू है या ਇਹਦੇ ਤੇ पोजीशन वैल्यू ਉਹਨੂੰ ਨੈਕਸਟ वैल्यू लिया ਨੈਕਸਟ ਤੇ ले आंदा है। ਤੇ ਜਿਹੜਾ डाटा ਉਹਦੇ ਤੇ ਸਟੋਰ ਕੀਤਾ ਹੁੰਦਾ, ਜਿਹੜਾ डाटा ਜਿਹੜੇ ਕੰਟੈਂਟਸ ਹੁੰਦੇ ਆ ਉਹਦੇ ਸੋਰਸ ਤੇ, ਉਹ ਆਪਾਂ ਨੂੰ ਇੱਕ ਨਵੀਂ ਫਾਈਲ ਦਿੱਤੀ ਜਾਂਦੀ ਹੈ, ਉਸ ਫਾਈਲ ਤੇ ਆਪਾਂ ਲੋਡ ਕਰ ਦਿੰਦੇ ਆ। ਉਸ ਜਿਹੜੇ ਜਿਵੇਂ ਕਿ ਆਹ ਸਟੈਪ ਹੈਗਾ, ਆ ਚੱਕਿਆ ਪੂਰਾ ਦਾ ਪੂਰਾ ਡਾਟਾ, ਆਪਾਂ ਜਿਹੜੀ ਨਵੀਂ ਫਾਈਲ ਹੈ ਉਹਦੇ ਤੇ ਲੋਡ ਕਰ ਦਿੱਤਾ। ਜਿਹੜੀ ਨਵੀਂ ਫਾਈਲ ਦਾ ਲੋਕੇਸ਼ਨ ਸਾਨੂੰ ਦਿੱਤਾ ਹੁੰਦਾ ਤੇ ਹਰ ਇੱਕ ਸਟੈਪ ਦੇ ਨਾਲ ਆਪਾਂ ਲੋਡਿੰਗ ਕਰ ਦੇਣੀ ਹੈ। ਤੇ ਜਦ ਆਪਾਂ ਸਟੈਪ ਨੰਬਰ 4 ਤੇ ਆ ਜਾਣਾ ਹੈ ਤਾਂ ਉਸ ਵੇਲੇ ਜਿਹੜੀ ਹੈ ਲਾਸਟ ਸਟੈਪ ਕੰਪਲੀਟ ਹੁੰਦੇ ਹੀ ਜਿਹੜਾ DN ਹੈ, ਜਿਵੇਂ ਉਹਦੇ 'ਚ ਤਾਂ ਫਾਊਂਡ ਬਿਟ ਹੁੰਦੀ ਸੀ, ਇਹਦੇ 'ਚ ਫਾਊਂਡ ਬਿਟ ਨਹੀਂ ਹੁੰਦੀ, ਇਹਦੇ ਅੰਦਰ DN ਹੁੰਦੀ ਹੈ, ਯਾਨੀ ਕਿ ਤੁਹਾਡਾ ਡਾਟਾ ਲੋਡ ਹੋ ਚੁੱਕਿਆ, ਸਾਰਾ ਪੂਰੇ ਸਟੈਪ ਕੰਪਲੀਟ ਹੋ ਚੁੱਕੇ। ਉਸ ਵੇਲੇ ਆਪਣੀ DN ਬਿਟ ਜਿਹੜੀ ਹੈ 1 ਹੋ ਜਾਂਦੀ ਹੈ। ਜਦ ਪੂਰਾ ਦਾ ਪੂਰਾ ਡਾਟਾ ਜੋ ਹੈ ਆਪਣਾ ਆਊਟਪੁੱਟ 'ਚ ਆ ਜਾਂਦਾ ਹੈ ਜਾਂ ਲੋਡ ਹੋ ਜਾਂਦਾ ਹੈ। ਜਿਹੜੀ SQL ਇੰਸਟਰਕਸ਼ਨ ਹੈ ਨਾ, ਉਹ ਬੇਸਿਕਲੀ ਕ੍ਰੀਏਟ ਕਰਨ ਲਈ, ਯਾਨੀ ਕਿ SQO ਤੇ SQC ਫਾਈਲਸ, ਰੈਫਰੈਂਸ ਫਾਈਲਸ ਕ੍ਰੀਏਟ ਕਰਨ ਲਈ ਵੀ ਯੂਜ਼ ਕੀਤੀ ਜਾਂਦੀ ਹੈ। the source of this data, that is storage word basically, ਜਾਂ source of this data ਜਿਹੜਾ ਹੁੰਦਾ ਉਹਦੇ ਅੰਦਰ ਇਨਪੁਟ ਆਊਟਪੁੱਟ ਸਟੋਰੇਜ ਵਰਡ ਐਡਰੈਸ ਹੁੰਦਾ, ਫਾਈਲ ਐਡਰੈਸ ਹੁੰਦਾ ਤੇ ਇੱਕ ਕਨਸਟੈਂਟ ਵੀ ਹੁੰਦਾ। ਉਹ ਸਾਰਾ ਜਿਹੜਾ ਡਾਟਾ ਸਟੋਰ ਕਰਦੇ ਆ ਉਹ SQL ਇੰਸਟਰਕਸ਼ਨ ਦੇ ਨਾਲ ਡਾਟਾ ਸਟੋਰ ਕਰਦੇ ਆ।